ਪੰਜਾਬ ਦੇ ਵਿੱਚ ਹਵਾਈ ਅੱਡਿਆਂ ਦੀ ਜੇ ਗੱਲ ਕਰਦੇ ਹਾਂ ਤਾਂ ਦੇਖੋ, ਹਵਾਈ ਅੱਡੇ ਤੇ ਟਰਾਂਸਪੋਰਟੇਸ਼ਨ ਜਿਹੜੀ ਆ ਇਹ ਕਿਸੇ ਵੀ ਸੂਬੇ ਦੀ ਜਾਂ ਮੁਲਕ ਦੀ ਤਰੱਕੀ ਲਈ ਬਹੁਤ ਲਾਜ਼ਮੀ ਹੈ। ਬਹੁਤ ਛੋਟੇ ਛੋਟੇ ਮੁਲਕ ਨੇ, ਬਹੁਤ ਛੋਟੀਆਂ ਛੋਟੀਆਂ ਸਟੇਟਸ ਨੇ ਜਿੱਥੇ ਹਵਾਈ ਅੱਡੇ ਨੇ, ਉਹਨਾਂ ਦੇ ਪ੍ਰੋਡਕਟਸ ਜਿਹੜੇ ਆ ਬਹੁਤ ਦੂਰ ਤੱਕ ਪਹੁੰਚ ਸਕਦੇ ਨੇ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਜਿਹੜੇ ਹਲਵਾਰੇ ਅੱਡੇ ਦੇ ਇਸ ਗਲੈਡਾ ਦੇ ਚੀਫ ਐਡਮਿਨਿਸਟ੍ਰੇਟਰ ਨੇ ਸਰਦਾਰ ਗਿੱਲ, ਉਹਨਾਂ ਨੇ ਇਹ ਗੱਲ ਦੱਸੀ ਸੀ ਕਿ ਪੰਜਾਬ ਦੇ ਵਿੱਚੋਂ ਹੋਰ ਬਹੁਤ ਸਾਰੇ ਪ੍ਰੋਡਕਟ ਲੁਧਿਆਣੇ 'ਚ ਇੰਨੀਆਂ ਚੀਜ਼ਾਂ ਬਣਦੀਆਂ ਨੇ ਹੌਜ਼ਰੀ ਦੇ ਵਿੱਚ, ਗਰਮ ਸਵਾਟਰਾਂ ਤੋਂ ਲੈ ਕੇ ਨਿੱਕੀਆਂ ਨਿੱਕੀਆਂ ਚੀਜ਼ਾਂ ਅਤੇ ਜੁਰਾਬਾਂ ਤੱਕ, ਜਾਂ ਸਾਈਕਲ ਇੰਡਸਟਰੀ ਦੇ ਪਾਰਟਸ ਨੇ, ਜਾਂ ਸਾਈਕਲ ਬਹੁਤ ਕੁਛ ਬਣਦਾ। ਉਹ ਟਰਾਂਸਪੋਰਟੇਸ਼ਨ ਕਰਕੇ ਦੂਸਰੇ ਮੁਲਕਾਂ 'ਚ ਨਹੀਂ ਪਹੁੰਚਦਾ। ਉਹ ਕਹਿੰਦੇ ਜੇ ਕਿਤੇ ਹਲਵਾਰਾ ਅੱਡਾ ਚੱਲ ਪਿਆ ਜਿਸ ਦੇ ਵਿੱਚ ਟੀਚਾ ਇਹ ਰੱਖਿਆ ਗਿਆ ਕਿ 60% ਪੈਸੇਂਜਰ 40% ਕਾਰਗੋ ਜਹਾਜ਼ ਉੱਥੇ ਆਇਆ ਜਾਇਆ ਕਰਨਗੇ, ਤਾਂ ਉਹਦੇ ਨਾਲ ਸਾਡੇ ਪੰਜਾਬ ਦੇ ਪ੍ਰੋਡਕਟ ਜਿਹੜੇ ਦੂਰ ਦੂਰ ਤੱਕ ਜਾ ਸਕਦੇ ਨੇ। ਦੂਸਰੇ ਪਾਸੇ ਇਹ ਹਵਾਈ ਅੱਡਾ ਜਿਹੜਾ ਇੱਕ ਮੋਹਾਲੀ ਦੇ ਵਿੱਚ ਮਟੌਰ ਪਿੰਡ ਅਤੇ ਹੋਰ ਕਈ ਪਿੰਡਾਂ ਦੀ ਜ਼ਮੀਨ ਲੈ ਕੇ ਬਣਾਇਆ ਗਿਆ, ਉਹ ਵੀ ਚਾਲੂ ਹੈ। ਉੱਥੇ ਵੀ ਐਬਿਲਿਟੀ ਹੈਗੀ ਆ ਕਿ ਕਾਫੀ ਜਹਾਜ਼ ਉੱਥੋਂ ਇੰਟਰਨੈਸ਼ਨਲ ਜਹਾਜ਼ ਉਤਰ ਸਕਦੇ ਨੇ। ਸਭ ਤੋਂ ਵੱਡਾ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪੁਰਾਣਾ ਅੱਡਾ ਹੈ, ਉਸ ਹਵਾਈ ਅੱਡੇ ਤੋਂ ਆਲਰੇਡੀ ਉਹ ਤਾਂ ਸਾਬਤ ਹੋ ਚੁੱਕਾ ਕਿ ਜਹਾਜ਼ ਚੱਲਦੇ ਨੇ, ਜਹਾਜ਼ ਚੱਲ ਸਕਦੇ ਨੇ, ਪਰ ਹਾਲੇ ਤੱਕ ਜਿਹੜੇ ਜਹਾਜ਼ ਚਲਾਉਣ ਵਾਲੀਆਂ ਕੰਪਨੀਆਂ ਨੇ ਉਹ ਉੱਥੇ ਨਹੀਂ ਜਾ ਰਹੀਆਂ। ਔਰ ਇਹ ਇੱਕ ਐਡਮਿਨਿਸਟ੍ਰੇਸ਼ਨ ਦਾ ਫੈਸਲਾ ਹੈ। ਬਾਕੀ ਉੱਥੇ ਪੱਟੀ ਹੈਗੀ ਆ, ਜਹਾਜ਼ ਉਤਰ ਸਕਦੇ ਨੇ, ਕਸਟਮ ਹੋ ਸਕਦਾ ਹੈ, ਤੇਲ ਜਹਾਜ਼ ਪਾ ਸਕਦੇ ਨੇ, ਸਾਰੀਆਂ ਫੈਸਿਲਿਟੀਜ਼ ਜਿਹੜੀਆਂ ਇੱਕ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਹੋਣੀਆਂ ਚਾਹੀਦੀਆਂ ਨੇ, ਉਹ ਇਨਫਰਾਸਟਰਕਚਰ ਬਣਾ ਦਿੱਤਾ ਗਿਆ ਹੈ। ਲੇਕਿਨ ਹੁਣ ਕਿਹੜੀਆਂ ਏਅਰਲਾਈਨਸ ਉੱਥੇ ਚੱਲਣਗੀਆਂ, ਕਿਵੇਂ ਚੱਲਣਗੀਆਂ, ਇਹ ਸਰਕਾਰੀ ਫੈਸਲੇ ਨੇ। ਇੰਡੀਅਨ ਇੰਟਰਨੈਸ਼ਨਲ ਐਵੀਏਸ਼ਨ ਜਿਹੜੀ ਆ ਉਹ ਇਹ ਫੈਸਲਾ ਕਰਦੀ ਹੈ ਕਿ ਕਿਹੜੀਆਂ ਏਅਰਲਾਈਨਸ ਉੱਥੇ ਜਾ ਸਕਦੀਆਂ ਨੇ। ਮੁਲਕਾਂ ਦੀਆਂ ਡੀਲਸ ਹੁੰਦੀਆਂ ਨੇ, ਫਿਰ ਉਹ ਡੀਲਸ ਦੇ ਆਧਾਰ ਦੇ ਉੱਤੇ ਜਿਸ ਕਿਸਮ ਦੇ ਰਿਲੇਸ਼ਨਸ਼ਿਪ ਨੇ ਦੂਜੇ ਮੁਲਕਾਂ ਨਾਲ, ਉਸ ਤਰ੍ਹਾਂ ਉਹ ਜਹਾਜ਼ ਚੱਲਦੇ ਨੇ ਰੈਗੂਲਰ ਬੇਸਿਸ ਦੇ ਉੱਤੇ। ਤੀਜਾ ਆਦਮਪੁਰ ਦਾ ਇੱਕ ਹਵਾਈ ਅੱਡਾ ਹੈ ਜਿਹੜਾ ਕਿ ਰੀਸੈਂਟਲੀ ਮਿਸਟਰ ਸਾਂਪਲਾ ਅਤੇ ਹੋਰ ਇੱਥੋਂ ਵੀ ਜਿਹੜੇ ਲੋਕਲ ਬਿਜ਼ਨਸਮੈਨ ਜੇ ਮਨਹਾਸ ਜੀ ਨੇ ਉਸ ਵਿੱਚ ਕਾਫੀ ਇਨਵੋਲਵ ਨੇ। ਉੱਥੇ ਪੰਜਾਬ ਦੇ ਉਸ ਇਲਾਕੇ ਦੇ ਲੋਕ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਆਦਮਪੁਰ ਹਵਾਈ ਅੱਡਾ ਜਿਹੜਾ ਉਹ ਚਾਲੂ ਹੋ ਜਾਏ ਅਤੇ ਉੱਥੇ ਸਿਵਿਲੀਅਨ ਜਹਾਜ਼ ਉਤਰਨ ਅਤੇ ਚੜ੍ਹਨ। ਤੀਜਾ ਅੱਡਾ ਸਾਹਨੇਵਾਲ ਦਾ ਬਹੁਤ ਦੇਰ ਪਹਿਲਾਂ ਬਣਿਆ। ਲੁਧਿਆਣੇ ਦੇ ਬਿਜ਼ਨਸ ਕਮਿਊਨਿਟੀ ਨੇ ਦਿੱਲੀ ਹਰ ਰੋਜ਼ ਜਾਣਾ ਆਉਣਾ ਹੁੰਦਾ, ਉਹਦੇ ਲਈ ਇੱਕ ਜਹਾਜ਼ ਉਹ ਚੱਲੀ ਜਾਂਦਾ ਬਹੁਤ ਲੰਬੇ ਸਮੇਂ ਤੋਂ। ਲੇਕਿਨ ਉਸ ਦੀ ਜਿਹੜੀ ਲੋਕੇਸ਼ਨ ਹੈ ਉਹ ਕਹਿੰਦੇ ਇਸ ਤਰ੍ਹਾਂ ਦੀ ਹੈ ਭੂਗੋਲਿਕ ਤੌਰ ਦੇ ਉੱਤੇ, ਜਿਹੜੀ ਕਿ ਉਹਨੂੰ ਹੋਰ ਐਕਸਪੈਂਡ ਕਰਨ ਦੀ ਸੰਭਾਵਨਾ ਘੱਟ ਹੈ। ਲੇਕਿਨ ਉਹ ਅੱਡਾ ਵੀ ਉੱਥੇ ਆਪਣੀ ਐਵੀਏਸ਼ਨ ਕਲੱਬ ਵਗੈਰਾ ਅਤੇ ਹੋਰ ਸਾਰਾ ਕੁਛ ਹੈਗਾ ਮੌਜੂਦ। ਉੱਥੇ ਐਬਿਲਿਟੀ ਹੈਗੀ ਹੈ, ਜਹਾਜ਼ ਉੱਤਰ ਚੜ੍ਹ ਸਕਦੇ ਨੇ। ਕੀ ਇੰਨੇ ਜਿਹੜੇ ਹਵਾਈ ਅੱਡੇ ਆ ਪੰਜਾਬ ਦੇ ਵਿੱਚ ਸਮੋ ਸਕਦੇ ਨੇ? ਇਸ ਦੇ ਲਈ ਮਿਸਾਲ ਇਹ ਦਿੱਤੀ ਜਾਂਦੀ ਹੈ ਕਿ ਕੇਰਲਾ ਇੱਕ ਇਹੋ ਜਿਹੀ ਸਟੇਟ ਆ, ਕੇਰਲਾ ਦੇ ਬਹੁਤ ਸਾਰੇ ਪ੍ਰੋਡਕਟਸ ਆ ਜਿਹੜੇ ਬਾਹਰਲੇ ਮੁਲਕਾਂ ਜਾਂਦੇ ਨੇ, ਜਿੱਥੇ 3 ਹਵਾਈ ਅੱਡੇ ਆ, ਮੇਰਾ ਖਿਆਲ ਚੌਥਾ ਬਣਨਾ। ਉਹਨਾਂ ਹਵਾਈ ਅੱਡਿਆਂ ਦੇ ਵਿੱਚ ਵੀ ਸੈਚੂਰੇਸ਼ਨ ਹੋ ਰਹੀ ਹੈ, ਜਿੰਨੀ ਕੁ ਫਲਾਈਟਸ ਉੱਥੋਂ ਆ ਜਾ ਸਕਦੀਆਂ ਨੇ, ਔਰ ਉਹ ਇੰਟਰਨੈਸ਼ਨਲ ਹਵਾਈ ਅੱਡੇ ਨੇ। ਜੇ ਇੱਕ ਸੂਬੇ ਦੇ ਵਿੱਚ ਇਸ ਤਰ੍ਹਾਂ ਬਣ ਸਕਦਾ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਸਕਦਾ? ਸਾਡੇ ਨਾਲ ਅੱਜ ਸਮੀਪ ਸਿੰਘ ਗੁਮਟਾਲਾ ਗੱਲਬਾਤ ਕਰਨਗੇ, ਜਿਹੜੇ ਉਹ ਵੀ ਅਤੇ ਉਹਨਾਂ ਦੇ ਪਿਤਾ ਜੀ ਵੀ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਸ੍ਰੀ ਅੰਮ੍ਰਿਤਸਰ ਵਾਲਾ ਹਵਾਈ ਅੱਡਾ ਜਿਹੜਾ ਉਹ ਇੰਟਰਨੈਸ਼ਨਲ ਹਵਾਈ ਅੱਡੇ ਦੇ ਤੌਰ 'ਤੇ ਓਪਰੇਟ ਕਰੇ। ਬੇਸ਼ੱਕ ਇਨਫਰਾਸਟਰਕਚਰ ਬਣ ਗਿਆ, ਲੇਕਿਨ ਓਪਰੇਟ ਕਰਨਾ ਅਤੇ ਇਨਫਰਾਸਟਰਕਚਰ ਬਣਾਉਣਾ ਇਹ ਦੋ ਵੱਖ-ਵੱਖ ਚੀਜ਼ਾਂ ਕਿਵੇਂ ਨੇ? ਕੀ ਇਹ ਫਿਜ਼ੀਬਿਲਿਟੀ ਹੋ ਸਕਦੀ ਹੈ ਕਿ ਤਿੰਨੇ ਹੀ ਹਵਾਈ ਅੱਡੇ, ਆਦਮਪੁਰ ਵੀ, ਅੰਮ੍ਰਿਤਸਰ ਸਾਹਿਬ ਵੀ, ਹਲਵਾਰਾ ਵੀ ਅਤੇ ਮੋਹਾਲੀ ਵਾਲਾ ਵੀ, ਇਹ ਚਾਰੇ ਹਵਾਈ ਅੱਡੇ ਚੱਲ ਸਕਣ ਪੰਜਾਬ ਦੇ ਵਿੱਚੋਂ? ਔਰ ਕੋਈ ਡੋਮੈਸਟਿਕ ਏਅਰਲਾਈਨਸ ਉਤਰ ਸਕਦੀਆਂ ਨੇ, ਕੋਈ ਕਾਰਗੋ ਲਈ ਜਾ ਸਕਦਾ ਹੈ, ਕੋਈ ਇੰਟਰਨੈਸ਼ਨਲ ਏਅਰ ਫਲਾਈਟਸ ਜਿਹੜੀਆਂ ਉੱਥੇ ਜਾ ਸਕਦੀਆਂ ਨੇ, ਜਾਂ ਚਾਰੇ ਇੰਟਰਨੈਸ਼ਨਲ ਫਲਾਈਟਸ ਲਈ ਯੋਗ ਹੋ ਸਕਦੇ ਨੇ? ਉਹਨਾਂ ਨੇ ਬਹੁਤ ਸਟੱਡੀ ਕੀਤੀ ਹੈ ਔਰ ਉਹਨਾਂ ਦੀ ਕਾਫੀ ਸਟੱਡੀ ਹੈ ਇਸ ਦੇ ਉੱਤੇ। ਸਰ ਸਮੀਪ ਸਿੰਘ ਜੀ, ਸਰ ਸਮੀਪ ਸਿੰਘ ਜੀ, ਤੁਹਾਡਾ ਸਵਾਗਤ ਹੈ ਬਹੁਤ। ਧੰਨਵਾਦ ਜੀ, ਬਹੁਤ ਬਹੁਤ ਸਮਾਂ ਦੇਣ ਲਈ। ਅਤੇ ਇਹ ਜਿਹੜੀ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ, ਸਪੈਸ਼ਲੀ ਜਿਹੜੇ ਸਾਰੇ NRI ਵੀਰ ਭੈਣ ਨੇ, ਸਾਡੇ ਵੱਡੇ ਵਡੇਰੇ ਨੇ, ਉਹਨਾਂ ਦਾ ਧਿਆਨ ਅਤੇ ਪੰਜਾਬ ਨਾਲ ਇੱਕ ਉਹਨਾਂ ਦਾ ਮੋਹ ਜੁੜਿਆ ਰਹਿੰਦਾ, ਅਤੇ ਉਸ ਬਾਰੇ ਤੁਸੀਂ ਬੜਾ ਵਧੀਆ ਜਿਹੜੀ ਤੁਸੀਂ ਸੰਖੇਪ ਜਾਣਕਾਰੀ ਦਿੱਤੀ ਹੈ।
ਧੰਨਵਾਦ ਤੁਹਾਡਾ ਬਹੁਤ ਬਹੁਤ। ਤੇ ਹੁਣ ਗੱਲ ਚੱਲੀ ਆ, ਪਹਿਲਾਂ ਆਪਾਂ ਅੰਮ੍ਰਿਤਸਰ ਸਾਹਿਬ ਦੇ ਅੱਡੇ ਦੀ ਗੱਲ ਕੀਤੀ ਸੀ ਡਿਟੇਲ ਦੇ ਵਿੱਚ, ਹੁਣ ਹਲਵਾਰੇ ਜ਼ਮੀਨ ਅਕਵਾਇਰ ਕਰ ਲਈ ਆ। ਉਹਨਾਂ ਦੇ ਜਿਹੜੇ ਚੀਫ ਐਡਮਿਨਿਸਟ੍ਰੇਟਰ ਨੇ ਸਰਦਾਰ ਗਿੱਲ, ਉਹਨਾਂ ਨੇ ਬੜੀਆਂ ਇਨਕਰੇਜ ਖਬਰਾਂ ਦਿੱਤੀਆਂ ਨੇ ਕਿ ਹਲਵਾਰੇ ਵੀ ਇੰਟਰਨੈਸ਼ਨਲ ਅੱਡਾ ਬਣ ਜਾਏਗਾ, ਕਿਉਂਕਿ ਪੰਜਾਬ ਦੇ ਸੈਂਟਰ ਦੇ ਵਿੱਚ ਹੈ। ਸੋ ਇਸ ਕਰਕੇ ਪੰਜਾਬ ਦੀਆਂ ਫਸਲਾਂ, ਫੁੱਲ, ਕੱਪੜਾ, ਹਾਊਜ਼ਰੀ, ਸਪੋਰਟਸ ਦਾ ਸਮਾਨ ਦੂਜੇ ਮੁਲਕਾਂ ਜਾਏਗਾ ਅਤੇ ਖੁਸ਼ਹਾਲੀ ਆਏਗੀ। ਸੋ 3-4 ਅੱਡੇ ਪੰਜਾਬ 'ਚ ਹੋ ਸਕਦੇ ਨੇ। ਐਕਚੁਅਲੀ ਇਹ 3-4 ਹਵਾਈ ਅੱਡੇ ਨਹੀਂ ਪੰਜਾਬ 'ਚ ਜੀ, ਇਸ ਵਕਤ 7 ਹਵਾਈ ਅੱਡੇ ਨੇ ਜੀ। ਤੇ ਉਹਦੇ ਵਿੱਚੋਂ ਵਿੱਚੋਂ 4 ਜਿਹੜੇ ਨੇ ਉਹ ਡੋਮੈਸਟਿਕ, ਜਿਹਨਾਂ ਨੂੰ ਆਪਾਂ ਕਹਿੰਦੇ ਸੀ ਪਹਿਲਾਂ, ਤੇ 2 ਇੰਟਰਨੈਸ਼ਨਲ, ਪਰ ਹੁਣ ਹਲਵਾਰਾ ਹੋ ਕੇ। ਤੇ ਉਹਦੇ ਵਿੱਚ ਜਿਹੜਾ ਬਠਿੰਡਾ ਏਅਰਪੋਰਟ ਹੈ ਤੇ ਸਾਹਨੇਵਾਲ ਏਅਰਪੋਰਟ ਵੀ ਹੈਗਾ ਜੀ, ਉਹਨੂੰ ਵੀ ਕੰਸੀਡਰ ਕਰੀਏ ਫਿਰ 7 ਬਣ ਜਾਂਦੇ ਨੇ। ਤੇ ਇਹ ਜਿਹੜੀ ਗੱਲਬਾਤ ਜਿਹੜੀ ਚੱਲ ਰਹੀ ਹੈ, ਹਵਾਈ ਅੱਡੇ ਹੋਰ ਜਿਹੜੇ ਹੋ ਸਕਦੇ ਨੇ ਤੇ ਚੱਲ ਸਕਦੇ ਨੇ ਜ਼ਰੂਰ ਜੀ। ਜੇ ਕੇਰਲਾ ਦੀ ਬੜੀ ਵੱਡੀ NRI ਕਮਿਊਨਿਟੀ ਉਹਨਾਂ ਦੀ ਮਿਡਲ ਈਸਟ ਰਹਿੰਦੀ ਹੈ ਤੇ ਜ਼ਰੂਰ ਚੱਲ ਸਕਦੇ ਨੇ ਅੰਤਰਰਾਸ਼ਟਰੀ ਵਿੱਚ, ਕਿਉਂਕਿ ਪੰਜਾਬ ਤੋਂ ਬੜੀ ਵੱਡੀ ਹੈ ਜਿਹੜੀ ਕੈਪੈਸਿਟੀ ਹੈ। ਪਰ ਉਹਦੇ ਲਈ ਇਕਨੋਮਿਕ ਵਾਇਬਿਲਿਟੀ, ਕਿੰਨੀਆਂ ਫਲਾਈਟਾਂ ਚਲਾਉਣੀਆਂ ਵਾ, ਕਿੰਨਾ ਵਾ, ਉਹ ਡਿਪੈਂਡ ਕਰੇਗਾ ਰੀਜਨ ਟੂ ਰੀਜਨ। ਬਟ ਮੈਂ ਦੱਸ ਦੇਵਾਂ ਕਿ 7 ਹਵਾਈ ਅੱਡੇ ਹੋ ਗਏ ਨੇ ਤੇ ਹਰ ਰੀਜਨ ਦਾ NRI ਜਾਂ ਪੰਜਾਬ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ, ਪੋਲੀਟੀਸ਼ੀਅਨਸ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਨੇ। ਚਲੋ ਠੀਕ ਹੈ, ਡਿਮਾਂਡ ਹਰ ਥਾਂ ਸ਼ਹਿਰ ਦੀ ਹੈ, ਜਲੰਧਰ ਲਈ ਟਰਾਈ ਹੋ ਰਹੀ ਹੈ ਕਿ ਉਹ ਵੀ ਉੱਪਰ ਜਾਵੇ। ਮੈਂ ਇੱਥੇ ਦੱਸਾਂਗਾ 2017 ਵਿੱਚ ਦਿਨ ਸਾਹਿਬ ਇੱਕ ਹਾਈ ਕੋਰਟ 'ਚ ਕੇਸ ਕੀਤਾ ਗਿਆ ਸੀ। ਮੋਹਾਲੀ ਦਾ ਕੇਸ ਵੀ ਚੱਲ ਰਿਹਾ ਤੇ ਅੰਮ੍ਰਿਤਸਰ ਏਅਰਪੋਰਟ ਦਾ ਵੀ ਕੇਸ ਚੱਲ ਰਿਹਾ, ਪਰ ਇੱਕ ਕੇਸ ਕੀਤਾ ਗਿਆ ਸੀ ਕਿ ਜਿਹੜੇ 4 ਏਅਰਪੋਰਟ ਜਿਹਨੂੰ ਅਸੀਂ ਡੋਮੈਸਟਿਕ ਲਈ ਆ, ਉੱਥੋਂ ਇੱਕ ਵੀ ਫਲਾਈਟ ਨਹੀਂ ਚੱਲ ਰਹੀ ਤੇ 35 ਕਰੋੜ ਦਾ ਨੁਕਸਾਨ ਹੋ ਰਿਹਾ ਸਾਲ ਦਾ। ਤੇ ਹਾਈ ਕੋਰਟ ਨੇ ਇਹ ਆਰਡਰ ਪਾਸ ਕੀਤਾ ਕਿ ਜੇ ਫਲਾਈਟਾਂ ਨਹੀਂ ਚਾਲੂ ਹੁੰਦੀਆਂ 6 ਮਹੀਨਿਆਂ 'ਚ ਤੇ ਜ਼ਮੀਨ ਵਾਪਸ ਕਰ ਦਿਓ। ਤੇ ਜਿਹੜਾ ਸਾਰਾ ਤੁਸੀਂ ਐਗਰੀਕਲਚਰ ਜ਼ਮੀਨ ਸੀਗੀ, ਤੇ 2017 ਵਿੱਚ ਫਿਰ ਇੱਕ ਫਲਾਈਟ ਉੜੇ ਦੇਸ਼ ਕਾ ਆਮ ਨਾਗਰਿਕ ਸਕੀਮ ਆ ਮੋਦੀ ਸਰਕਾਰ ਦੀ, ਜਿਹਦੇ 'ਚ ਪ੍ਰਾਈਵੇਟ ਏਅਰਲਾਈਨਾਂ ਨੂੰ ਪੈਸੇ ਦਿੰਦੇ ਨੇ ਜੇ ਜਹਾਜ਼ ਨਾ ਭਰੇ। ਤੇ ਉਹਦੇ ਵਿੱਚ ਸਾਹਨੇਵਾਲ ਏਅਰਪੋਰਟ ਤੋਂ ਇੱਕ ਫਲਾਈਟ ਚਲਾਈ ਗਈ ਆ, ਬਠਿੰਡੇ ਤੋਂ ਚਲਾਈ ਗਈ ਆ, ਆਦਮਪੁਰ ਤੋਂ ਚਲਾਈ ਗਈ ਤੇ ਪਠਾਨਕੋਟ ਤੋਂ ਚਲਾਈ ਗਈ। ਉਸ ਤੋਂ ਪਹਿਲਾਂ ਬਹੁਤ ਕੋਸ਼ਿਸ਼ ਕੀਤੀਆਂ ਗਈਆਂ ਪਰ ਫਲਾਈਟਾਂ ਨਹੀਂ ਚੱਲੀਆਂ, ਡੋਮੈਸਟਿਕ ਹੀ ਨਹੀਂ ਚੱਲੀਆਂ। ਇੰਟਰਨੈਸ਼ਨਲ ਦੀ ਗੱਲ ਆਪਾਂ ਕੀ ਕਰੀਏ। ਸੋ ਇਹ ਫਲਾਈਟਾਂ ਇਸ ਕਰਕੇ ਚੱਲੀਆਂ ਨੇ ਕਿ ਅਦਾਲਤ ਕਹਿੰਦੀ ਹੈ ਕਿ ਜੇ ਫਲਾਈਟਾਂ ਨਹੀਂ ਚੱਲਣੀਆਂ ਤਾਂ ਲੋਕਾਂ ਦੀ ਜ਼ਮੀਨ ਵਾਪਸ ਕਰੋ। ਹਾਂਜੀ, ਉਹ ਜੀ ਜੱਜ ਸਾਰੋਂ ਨੇ ਬਹੁਤ ਸਟ੍ਰਿਕਟ ਐਕਸ਼ਨ ਮਤਲਬ ਕਿ ਆਰਡਰ ਲਿਆ ਸੀ ਸਰਕਾਰ ਦੇ ਖਿਲਾਫ, ਤੇ ਫਿਰ ਸਰਕਾਰ ਨੇ ਐਫੀਡੇਵਿਟ ਦਿੱਤਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੇ ਦੇਸ਼ ਦਾ ਆਮ ਨਾਗਰਿਕ ਵਿੱਚ ਅਸੀਂ ਇਹਨੂੰ ਲੈ ਜਾਈਏ। ਫਿਰ ਗੱਲ ਕਰੀਏ ਅਸੀਂ ਚੰਡੀਗੜ੍ਹ, ਤੇ ਤੁਸੀਂ ਇੱਕ ਬੜਾ ਵਧੀਆ ਪੁਆਇੰਟ ਕਿਹਾ ਕਿ ਕੁਝ ਏਅਰਪੋਰਟ ਡੋਮੈਸਟਿਕ ਚੱਲ ਸਕਦੇ ਨੇ, ਹੋ ਸਕਦਾ ਹੈ ਕੁਝ ਇੰਟਰਨੈਸ਼ਨਲ ਲੈ ਜਾਣ ਜਾਂ ਕਿਸ ਤਰ੍ਹਾਂ ਵੀ ਹੈ। ਉਹਦੇ ਵਿੱਚ ਮੈਂ ਦੱਸਾਂਗਾ ਕਿ ਅੰਮ੍ਰਿਤਸਰ ਜਿਹੜਾ ਵਾ ਉੱਤੇ ਮੇਨਲੀ ਇਸ ਵਕਤ ਸਭ ਤੋਂ ਵੱਧ ਅੰਤਰਰਾਸ਼ਟਰੀ ਉਡਾਨਾਂ ਜਾ ਰਹੀਆਂ, ਜਿੱਥੇ 9 ਡਾਇਰੈਕਟ ਡੈਸਟੀਨੇਸ਼ਨ ਤੇ ਮੋਹਾਲੀ ਦਾ 1500-1400 ਕਰੋੜ ਦਾ ਏਅਰਪੋਰਟ ਜਿਹੜਾ ਨਵਾਂ ਟਰਮੀਨਲ ਅਨਾਊਂਸ ਕੀਤਾ ਗਿਆ 2014 ਵਿੱਚ, ਉਸ ਤੋਂ ਬਾਅਦ ਬਹੁਤ ਕੋਈ ਫਲਾਈਟ ਚੱਲੀ ਨਹੀਂ ਇੰਟਰਨੈਸ਼ਨਲ। ਪਤਾ ਲੱਗਾ ਕਿ ਉੱਥੇ ਤੇ ਇਮੀਗ੍ਰੇਸ਼ਨ ਦਾ ਬਣਿਆ ਹੀ ਨਹੀਂ ਹਾਲੇ ਕੁਛ। ਫਿਰ ਕੋਰਟ ਦਾ ਇੰਟਰਫੇਸ ਆਇਆ, ਮੋਹਾਲੀ ਇੰਡਸਟਰੀ ਐਸੋਸੀਏਸ਼ਨ ਨੇ ਕੋਰਟ 'ਚ ਕੇਸ ਕੀਤਾ। ਫਿਰ ਜੱਜ ਸਾਹਿਬ ਨੇ ਉੱਥੇ ਵੀ ਕਹਿ ਦਿੱਤਾ ਕਿ ਇੰਨੀ ਜ਼ਮੀਨ ਅਕਵਾਇਰ ਕਰ ਦਿੱਤੀ ਗਈ, ਸਾਰਾ ਟਰਮੀਨਲ ਬਣਾ ਦਿੱਤਾ ਗਿਆ, ਜੇ ਫਲਾਈਟਾਂ ਹੀ ਨਹੀਂ ਹੈਗੀਆਂ ਤੇ ਫਿਰ ਕਦ ਲਈ ਬਣਾਇਆ ਗਿਆ। ਉਹ ਜ਼ੋਰ ਲਾ ਕੇ ਅੱਜ 5 ਸਾਲ ਹੋ ਗਏ ਨੇ, ਉੱਥੋਂ ਇੱਕ ਏਅਰ ਇੰਡੀਆ ਦੀ ਬੈਂਕਾਕ ਨੂੰ ਫਲਾਈਟ ਚੱਲੀ, ਬੰਦ ਕਰ ਦਿੱਤੀ ਗਈ 6 ਮਹੀਨੇ ਬਾਅਦ। ਹੁਣ ਉੱਥੋਂ ਦੁਬਈ ਲਈ ਤੇ ਇੱਕ ਸ਼ਾਰਜਾ ਲਈ ਫਲਾਈਟ ਚੱਲਦੀ ਹੈ ਤੇ 5 ਸਾਲ ਹੋ ਗਏ ਨੇ। ਕੋਰਟ ਦਾ ਇਹ ਫਾਇਦਾ ਹੋ ਗਿਆ ਕਿ ਉਹਨਾਂ ਨੇ ਉਹਨੂੰ 24 ਘੰਟੇ ਅਲਾਓ ਕਰ ਦਿੱਤਾ, ਕਿਉਂਕਿ ਉਹ ਏਅਰਫੋਰਸ ਬੇਸ ਹੈਗਾ। ਇਹ ਮੈਂ ਪੁਆਇੰਟ ਫੇਰ ਲਿਆਉਣਾ ਚਾਹਾਂਗਾ ਅਗਲੇ ਵਿੱਚ ਕਿ ਹਲਵਾਰਾ ਵੀ ਏਅਰਫੋਰਸ ਬੇਸ ਆ ਤੇ ਬਹੁਤ ਜੱਦੋਜਹਿਦ ਤੋਂ ਬਾਅਦ ਉਹਨਾਂ ਨੂੰ ਹੁਣ 24 ਘੰਟੇ ਆਪਰੇਸ਼ਨ ਹੋਇਆ ਏਅਰਪੋਰਟ। ਪਰ ਉੱਥੇ ਫਰਵਰੀ ਵਿੱਚ ਇਹ ਕਹਿ ਦਿੱਤਾ ਗਿਆ ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ, ਬਹੁਤ ਮੀਟਿੰਗਾਂ ਹੋਈਆਂ ਇਹਨਾਂ ਦੀ ਏਅਰਲਾਈਨਸ ਦੇ ਨਾਲ, ਤੇ ਇਹ ਕਿਹਾ ਗਿਆ ਵਾ ਕਿ ਕੋਈ ਵੀ ਭਾਰਤੀ ਏਅਰਲਾਈਨ ਜਿਹੜੀ ਆ ਨਾ, ਉਹ ਇੱਥੋਂ ਇਹ ਵਾਇਬਿਲਿਟੀ ਨਹੀਂ ਹੈਗੀ ਕਿ ਉਹ ਫਲਾਈਟ ਸ਼ੁਰੂ ਕਰ ਸਕਣ। ਇਹ ਐਫੀਡੇਵਿਟ ਦਿੱਤਾ ਗਿਆ ਫਰਵਰੀ ਵਿੱਚ। ਤੇ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਏਅਰਪੋਰਟ ਅਥਾਰਟੀ ਦਾ ਜਿਹੜਾ ਕੰਮ ਹੈ ਉਹ ਏਅਰਲਾਈਨਸ ਤੱਕ ਏਅਰਪੋਰਟ ਬਣਾਉਣ, ਮੇਨਟੇਨੈਂਸ ਦਾ, ਪਰ ਅਸੀਂ ਜਿਹੜਾ ਏਅਰਲਾਈਨਸ ਨੂੰ ਫੋਰਸ ਨਹੀਂ ਕਰ ਸਕਦੇ ਜਿਹੜੇ ਭਾਰਤੀ ਏਅਰਲਾਈਨਸ ਨੇ। ਫਿਰ ਇਹ ਕੇਸ ਚੱਲਿਆ ਜੀ ਕਿ ਤੁਸੀਂ ਚਲੋ ਭਾਰਤੀ ਏਅਰਲਾਈਨਸ ਨਹੀਂ ਕਰ ਸਕਦੀਆਂ, ਇਹ ਵਿਦੇਸ਼ੀ ਏਅਰਲਾਈਨਸ ਦਾ ਤੁਸੀਂ ਦੱਸਿਆ ਹੁਣੇ ਹਵਾਈ ਸਮਝੌਤਿਆਂ ਬਾਰੇ, ਇਹ ਮਲੇਸ਼ੀਆ ਤੋਂ ਸਿੰਗਾਪੁਰ ਦੀਆਂ ਏਅਰਲਾਈਨ ਤਿਆਰ ਨੇ ਜਾਂ ਕੁਝ ਨੇ, ਉਹਨਾਂ ਨੂੰ ਇਜਾਜ਼ਤ ਦਿਓ ਤੁਸੀਂ ਹਵਾਈ ਸਮਝੌਤਿਆਂ 'ਚ। ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਦੇ ਸਕਦੇ ਕਿਉਂਕਿ ਜਿਹੜੀਆਂ ਸਾਡੇ ਬਾਕੀ ਏਅਰਲਾਈਨਾਂ ਨੇ ਜਾਂ ਏਅਰਪੋਰਟ ਨੇ ਉਹਨਾਂ ਦੀ ਟ੍ਰੈਫਿਕ ਅਫੈਕਟ ਹੋਏਗੀ, ਇਹ ਸਾਡੀ ਸਟ੍ਰੈਟੇਜਿਕਲੀ ਨਹੀਂ ਪੁਆਇੰਟ ਹੈਗਾ। ਇਹ ਉਹ ਜਵਾਬ ਸਾਨੂੰ ਸਟਰਗਲ ਕੀਤੀ ਗਈ ਜਦੋਂ ਅਸੀਂ ਇਹ ਕੋਸ਼ਿਸ਼ ਕੀਤੀ, ਜਦੋਂ ਟਰਕਿਸ਼ ਏਅਰਵੇਜ਼ ਤੇ ਦੁਬਈ ਦੀਆਂ ਏਅਰਲਾਈਨਾਂ ਨੇ ਸਾਨੂੰ, ਅਸੀਂ ਅੰਮ੍ਰਿਤਸਰ ਏਅਰਪੋਰਟ ਦਾ ਵੀ ਕੇਸ ਕੀਤਾ ਕੋਰਟ 'ਚ
ਇਹ ਜਿਹੜੇ ਦੋ 에ਅਰਪੋਰਟ ਨੇ ਅਸੀਂ ਚਾਹੁੰਦੇ ਪੂਰਾ ਪੰਜਾਬ ਪੂਰਾ ਕਨੈਕਟ ਹੋਵੇ ਜੀ ਸਦਕੇ। ਮੈਂ ਇੱਕ ਪੰਜਾਬੀ ਹੋਣ ਦੇ ਨਾਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਅੰਮ੍ਰਿਤਸਰ ਦਾ ਹਮਾਇਤੀ ਹੋਣ ਦੇ ਨਾਤੇ ਨਹੀਂ, ਮੈਂ ਗੱਲ ਕਰ ਰਿਹਾ ਪੂਰੇ ਪੰਜਾਬ ਦੇ ਨਾਤੇ। ਅੱਜ ਅਸੀਂ ਚਾਹੁੰਦੇ ਹਾਂ ਭਾਵੇਂ ਹਰ ਸ਼ਹਿਰ 'ਚ ਚੱਲੇ, ਪਰ ਅੰਮ੍ਰਿਤਸਰ ਦਾ 에ਅਰਪੋਰਟ ਤੇ ਵੀ ਕਹਿ ਦਿੱਤਾ ਗਿਆ ਕਿਉਂਕਿ ਟਰਕਿਸ਼ 에ਅਰਲਾਈਨ ਨੇ ਜੂਨ ਵਿੱਚ ਫਲਾਈਟ ਸ਼ੁਰੂ ਕਰਨੀ ਹੈ ਵੈਨਕੂਵਰ ਹੁਣ ਟਰਕੀ ਤੋਂ। ਅੱਛਾ ਜੀ। ਅਸੀਂ ਇਸ ਤਰ੍ਹਾਂ ਐਮੀਰੇਟਸ ਜਿਹੜੀ ਆ ਉਹ ਟੋਰਾਂਟੋ ਆਉਂਦੀ ਹੈ। ਸਾਨੂੰ ਲਿਖਤੀ ਰੂਪ 'ਚ ਦੇ ਦਿੱਤਾ ਇੱਕ 에ਅਰਲਾਈਨ ਨੇ ਕਿ ਦੁਬਈ ਦੀ ਜਾਂ ਹੋਰ ਓਮਾਨ ਨੇ ਵੀ ਕਿਹਾ ਕਿ ਅਸੀਂ ਇੰਟਰਸਟਿਡ ਹਾਂ ਅੰਮ੍ਰਿਤਸਰੋਂ, ਸਾਨੂੰ ਅੱਜ ਹੀ ਤੁਸੀਂ ਹਵਾਈ ਸਮਝੌਤੇ ਲਿਆ ਦਿਓ ਤੇ ਅਸੀਂ ਫਲਾਈਟ ਸ਼ੁਰੂ ਕਰ ਦਾਂਗੇ। ਪਰ ਇਹ ਕੋਰਟ 'ਚ ਉਹਨਾਂ ਨੇ ਕਿਹਾ ਕਿ ਨਹੀਂ ਸੌਰੀ, ਸਾਡੀ ਸਟ੍ਰੈਟੇਜਿਕਲੀ ਅਸੀਂ ਹਵਾਈ ਸਮਝੌਤੇ ਇਹਨਾਂ 에ਅਰਲਾਈਨ ਨੂੰ ਨਹੀਂ ਦੇ ਸਕਦੇ ਜਾਂ ਕਿਸੇ ਵੀ 에ਅਰਪੋਰਟ ਨੂੰ ਨਹੀਂ ਦੇਣੇ ਕਿਉਂਕਿ ਸਾਡੀਆਂ ਆਪਣੀਆਂ 에ਅਰਲਾਈਨਾਂ ਖਰਾਬ ਹੁੰਦੀਆਂ। ਸੋ ਇਹ ਜਿਹੜੀ ਛੋਟੀ ਜਿਹੀ ਸਮਰੀ ਮੈਂ ਤੁਹਾਨੂੰ ਦੱਸਦਾ, ਆਪਣੇ ਪੰਜਾਬੀ ਸੋਚਦੇ ਨੇ ਕਿ ਚੱਲ ਮੇਰੇ ਘਰ ਗੱਡੀ ਲੱਗੀ ਆ, ਗੁਆਂਢੀ ਦੇ ਘਰ ਵੱਡੀ ਗੱਡੀ ਮੇਰੀ ਵੀ ਹੋ ਜਾਏ, ਹਰ ਸ਼ਹਿਰ 'ਚ 에ਅਰਪੋਰਟ ਹੋ ਜਾਏ, ਪਰ ਜਿਹੜੀ ਇਕਨੋਮਿਕਲੀ ਜਾਂ ਜਿਹੜੀਆਂ ਟੈਕਨੀਕਲ ਪੁਆਇੰਟਸ ਨੇ ਉਹ ਬਹੁਤ ਹੀ ਲੋਕਾਂ ਨੂੰ ਪਤਾ। ਇੱਥੋਂ ਤੱਕ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਮੈਨੂੰ ਪਤਾ ਨਹੀਂ ਹੈ ਕਿ ਉਹਨਾਂ ਕੋਲ ਕਿੰਨੀ ਐਵੀਏਸ਼ਨ ਪਾਲਿਸੀ ਹੈ। ਤੁਸੀਂ ਦੱਸਿਆ ਕਿ ਅੰਮ੍ਰਿਤਸਰ ਸਾਨੂੰ 8 ਸਾਲ ਹੋ ਗਏ ਨੇ ਲੱਗੇ, ਟਰਾਈ ਕਰ ਰਹੇ ਸੀ, ਬਰਮਿੰਘਮ ਫਲਾਈਟ ਵਾਪਸ ਆਈ। ਪਰ ਮੈਂ ਤੁਹਾਡੀ ਪੋਸਟ ਦੇਖੀ ਪਰਸੋਂ ਜਦੋਂ ਸੁਣੀ ਇੰਟਰਵਿਊ, ਤੁਸੀਂ ਉੱਤੇ ਕਮੈਂਟਸ ਵੀ ਦੇਖੋ, ਸਾਰਿਆਂ ਨੇ ਇਹੋ ਲਿਖਿਆ, ਬਹੁਤੇ ਕਮੈਂਟਸ ਇਹੀ ਨੇ ਕਿ ਜਿਹੜੇ ਦੋ ਬਣੇ ਨੇ ਉਹ ਕਿਉਂ ਨਹੀਂ ਚੱਲ ਰਹੇ, ਤੀਜੇ ਦੀ ਲੋੜ ਕਿੱਦਾਂ ਪੈ ਗਈ। ਤੁਸੀਂ ਬੜੀ ਸੋਹਣੀ ਗੱਲ ਕੀਤੀ ਕੇਰਲਾ ਦੀ। ਮੈਂ ਦੱਸਾਂਗਾ ਕੇਰਲਾ ਤੋਂ ਥਿੰਨ ਸਾਹਿਬ ਇਸ ਵਕਤ ਚੌਥਾ 에ਅਰਪੋਰਟ ਉਹਨਾਂ ਦਾ ਸ਼ੁਰੂ ਹੋਇਆ ਪਿਛਲੇ ਸਾਲ। ਗੁਪਟਾਲਾ ਸਾਹਿਬ ਤੁਸੀਂ ਕੀ ਗੱਲ ਕੀਤੀ ਸੀ ਕਿ ਟਰਕਿਸ਼ 에ਅਰਲਾਈਨ ਦਾ ਜਹਾਜ਼ ਅੰਮ੍ਰਿਤਸਰ ਤੋਂ ਵੈਨਕੂਵਰ ਨੂੰ ਸਿੱਧੀ ਫਲਾਈਟ ਹੋਇਆ ਕਰੇਗੀ? ਨਹੀਂ ਜੀ, ਕੋਈ ਵੀ ਕੰਟਰੀ ਜਦੋਂ ਕੋਈ ਫਲਾਈਟ ਸ਼ੁਰੂ ਕਰਦੀ ਹੈ ਉਹ ਆਪਣੀ ਕੰਟਰੀ ਹੱਬ ਉਹਦੀ ਹੁੰਦੀ ਹੈ, ਉੱਥੋਂ ਫਿਰ ਜਹਾਜ਼ ਆਉਂਦਾ ਫਿਰ ਅੱਗੇ ਜਾਂਦੀਆਂ, ਪਰ ਉਹ ਕਨੈਕਸ਼ਨ ਏਦਾਂ ਦੇ ਦਿੰਦੇ ਨੇ ਕਿ ਤੁਸੀਂ 2 ਘੰਟੇ ਦੇ ਅੰਦਰ ਅੰਦਰ ਤੁਸੀਂ ਅਗਲੀ ਫਲਾਈਟ ਲੈ ਲੈਂਦੇ ਜੇ। ਜਿਸ ਤਰ੍ਹਾਂ ਅੰਮ੍ਰਿਤਸਰੋਂ ਕਤਰ 에ਅਰਵੇਜ਼ ਤੇ ਹੁੰਦਾ, ਕਤਰ ਦੀਆਂ ਫਲਾਈਟਾਂ ਦੋਹਾ ਜਾਂਦੀਆਂ ਨੇ, 2 ਘੰਟੇ ਬਾਅਦ ਤੁਸੀਂ ਮੌਂਟਰੀਅਲ ਦੀ ਫਲਾਈਟ ਲੈ ਲੈਂਦੇ ਜੇ। ਜਿਸ ਤਰ੍ਹਾਂ ਹੁਣ ਕੀਤਾ ਗਿਆ ਜਿਹੜੀਆਂ ਤੁਹਾਡੀਆਂ ਇੱਥੋਂ ਸਟੈਂਡਰਡ ਲੋਕ ਸੀ ਨਾ, ਪਰ ਜਿਹੜੀ ਇਹ ਟਰਕਿਸ਼ 에ਅਰਲਾਈਨ ਦੀ ਹੈ ਇਹ ਜੂਨ 'ਚ ਸ਼ੁਰੂ ਹੋਣੀ ਹੈ। ਇਹ ਜੁਲਾਈ ਤੋਂ ਉਹਨਾਂ ਨੇ ਦੇਣਾ ਸੀ ਜੀ। ਕੈਨੇਡਾ ਸਰਕਾਰ ਵੀ ਬਹੁਤੀਆਂ ਮਿਡਲ ਈਸਟਰਨ 에ਅਰਲਾਈਨਾਂ ਨੂੰ ਪਰਮਿਸ਼ਨ ਨਹੀਂ ਦਿੰਦੀ ਕਿ ਉਹ ਸਾਰੇ 에ਅਰਪੋਰਟਸ ਤੇ ਜਾਣ, ਕੁਝ ਸਿਲੈਕਟਿਵ ਤੇ ਜਾਂਦੀ ਹੈ। ਤੇ ਇਸੇ ਤਰ੍ਹਾਂ ਐਮੀਰੇਟਸ 4 ਦਿਨ ਜਾਂਦੀ ਹੈ ਟੋਰਾਂਟੋ ਨੂੰ। ਸੋ ਅਸੀਂ ਕਾਫੀ ਕੋਸ਼ਿਸ਼ ਕਰਦੇ ਰਹੇ ਕਿ ਜੇ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਵੇ ਅੰਮ੍ਰਿਤਸਰ ਲਈ। ਚੰਡੀਗੜ੍ਹ ਤੇ ਪਰਮਿਸ਼ਨ ਉਹਨਾਂ ਨੇ ਲਿਖ ਕੇ ਦੇਤਾ, ਪਰ ਕੋਰਟ 'ਚ ਉਹਨਾਂ ਨੇ ਕਹਿ ਦਿੱਤਾ ਸੌਰੀ ਅਸੀਂ ਨਹੀਂ ਅਲਾਓ ਕਰਨਾ। ਸੋ ਇਹ ਜਿਹੜੀਆਂ ਇੱਕ ਤੇ ਇਹ ਟੈਕਨੀਕਲ ਪੁਆਇੰਟ ਬਣਦਾ ਹੈ, ਬਟ ਤੁਹਾਡੀ ਗੱਲ ਜਿਹੜੀ ਹੈ ਕਿ ਨਹੀਂ ਸਿੱਧੀਆਂ ਨਹੀਂ ਹੁੰਦੀਆਂ ਸਿਰਫ 2 ਘੰਟੇ, ਪਰ ਉਹ ਸਿੱਧੀਆਂ ਫਲਾਈਟਾਂ ਦੀ ਇਸ ਤਰ੍ਹਾਂ ਇਕਨੋਮਿਕ ਵਾਇਬਿਲਿਟੀ ਬਹੁਤ ਹਾਰਡ ਹੁੰਦੀ ਹੈ ਕਿਉਂਕਿ ਚਲੋ ਟਰਕੀ ਦੇ ਵਿੱਚ ਠਹਿਰ ਕੇ ਵੀ ਇਹ ਹੋਏਗੀ ਸ਼ੁਰੂ ਜਾਂ ਨਹੀਂ? ਨਹੀਂ, ਇਹ ਸ਼ੁਰੂ ਹੋ ਗਈ ਹੈ ਜੀ, ਟਰਕੀ ਤੋਂ ਵੈਨਕੂਵਰ ਸ਼ੁਰੂ ਹੋਣੀ ਹੈ ਜੁਲਾਈ ਤੋਂ, ਪਰ ਉਹਨਾਂ ਨੇ ਨਾ ਕਰ ਦਿੱਤੀ। ਅੰਮ੍ਰਿਤਸਰ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਨਹੀਂ ਪਰਮਿਸ਼ਨ ਦੇਣੀ ਕਿਸੇ ਵੀ ਹੋਰ ਮਿਡਲ ਈਸਟਰਨ 에ਅਰਲਾਈਨ ਨੂੰ ਅੰਮ੍ਰਿਤਸਰ ਜਾਣ ਲਈ। ਕਿਹਨੇ ਕਹਿ ਦਿੱਤਾ? ਇਹ ਦਿੱਲੀ ਸਰਕਾਰ ਨੇ ਜਾਂ ਜਿਹੜੀ ਆਲ ਇੰਡੀਆ ਐਵੀਏਸ਼ਨ ਹੈ ਉਸ ਨੇ? ਇਹ ਜੀ ਮਿਨਿਸਟਰੀ ਆਫ ਸਿਵਲ ਐਵੀਏਸ਼ਨ ਦੇ ਨਾਲ ਜਿਹੜੇ 에ਅਰ ਐਗਰੀਮੈਂਟ ਹੁੰਦੇ ਨੇ ਉਹਦੇ ਵਿੱਚ ਇਸ ਤਰ੍ਹਾਂ 에ਅਰਲਾਈਨਸ ਡਿਮਾਂਡ ਕਰਦੀਆਂ, ਕੰਟਰੀਜ਼ ਕਹਿੰਦੀਆਂ, ਤੇ ਉਹ ਫਿਰ ਇਹਨਾਂ ਦੇ ਨੈਗੋਸ਼ੀਏਸ਼ਨਸ ਹੋ ਕੇ ਫਿਰ ਡਿਸਾਈਡ ਹੁੰਦਾ ਕਿ ਕਿਹੜੇ 에ਅਰਪੋਰਟ ਉਹ ਜਾ ਸਕਦੇ ਨੇ। ਕੀ ਉਹ ਇਸ ਕਰਕੇ ਜਵਾਬ ਦੇਈ ਜਾਂਦੇ ਨੇ ਕਿਉਂਕਿ ਦਿੱਲੀ ਦਾ ਜਿਹੜਾ ਸਾਰਾ ਕਾਰੋਬਾਰ ਹੈ ਉਹ ਘਾਟਾ ਖਾ ਜਾਏਗਾ? ਕਿਉਂਕਿ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਨੇ, ਲੱਖਾਂ ਦੀ ਗਿਣਤੀ 'ਚ ਦਰਅਸਲ ਜਿਹੜੇ ਪੰਜਾਬ ਜਾਂਦੇ ਨੇ, ਪੰਜਾਬ ਤੋਂ ਆਉਂਦੇ ਨੇ, ਉਹ ਦਿੱਲੀ ਦੇ ਥਾਈਂ ਜਾਂਦੇ ਨੇ ਤੇ ਉੱਥੇ ਪੈਸੇ ਖਰਚਦੇ ਨੇ। ਕਿ ਇਹ ਜਿਹੜਾ ਦਿੱਲੀ ਦਾ ਆਪਣਾ ਵਪਾਰਕ ਲਾਲਚ ਹੈ ਉਹ ਖਾਈ ਜਾਂਦਾ ਅੰਮ੍ਰਿਤਸਰ ਦੇ ਅੱਡੇ ਨੂੰ? ਨਹੀਂ ਜੀ, ਇਹ ਦਿੱਲੀ ਦਾ ਵਪਾਰਕ ਲਾਲਚ ਨਹੀਂ ਤੁਸੀਂ ਕਹਿ ਸਕਦੇ ਕਿ ਸਟ੍ਰੈਟੇਜਿਕਲੀ ਭਾਰਤ ਸਰਕਾਰ ਚਾਹੁੰਦੀ ਹੈ ਕਿ ਦਿੱਲੀ ਇੱਕ ਬਹੁਤ ਵੱਡਾ ਹੱਬ ਹੋਵੇ। ਉਹ ਵੱਖਰੀ ਗੱਲ ਆ ਕਿ ਦਿੱਲੀ ਪੰਜਾਬ ਦੇ ਲਾਗੇ ਆ, ਪਰ ਕੋਈ ਵੀ ਜਿਹੜੀਆਂ ਕੰਟਰੀਜ਼ ਹੁੰਦੀਆਂ ਉਹ ਚਾਹੁੰਦੀਆਂ ਕਿ ਸਾਡੇ 6 에ਅਰਪੋਰਟ ਜਾਂ 7 에ਅਰਪੋਰਟ ਦੁਨੀਆ ਦੇ ਨਾਮਵਰ 에ਅਰਪੋਰਟ ਹੋਣ। ਤੇ ਉਸ ਹਿਸਾਬ ਨਾਲ ਤੁਹਾਡੀ ਗੱਲ ਯੈਸ, ਉਹ ਚਾਹਣਗੇ ਕਿ ਦਿੱਲੀ ਤੋਂ ਫਲਾਈਟ ਜਾਣਗੀਆਂ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਉੱਥੇ 3 ਕਰੋੜ ਬੰਦਾ ਆ ਰਿਹਾ, ਦਿੱਲੀ ਹੁਣ ਸੈਚੂਰੇਟ ਹੋ ਗਿਆ, ਉਹ ਕੋਸ਼ਿਸ਼ ਕਰ ਰਹੇ ਨੇ ਇੱਕ 에ਅਰਪੋਰਟ ਹੋਰ ਉੱਥੇ ਲਾਗੇ ਬਣੇ। ਅਸੀਂ ਇਹ ਬੇਨਤੀ ਕੀਤੀ ਹੈ ਕਿ ਅੰਮ੍ਰਿਤਸਰ ਗੇਟਵੇ ਆਫ ਇੰਡੀਆ ਹੈਗਾ, ਤੁਸੀਂ ਕੁਝ ਰਾਈਟਸ ਜਿਹੜੇ ਨੇ ਅੰਮ੍ਰਿਤਸਰ ਵੱਲ ਨੂੰ ਦੇ ਦਿਓ, ਪਰ ਉਹ ਹਾਲੇ ਤੱਕ ਉਹ ਨਹੀਂ ਹੋ ਸਕਿਆ। ਇਹ ਜਿਹੜੇ ਹਵਾਈ ਸਮਝੌਤੇ ਸੀ ਕਾਫੀ 2011-12 ਵਿੱਚ ਅਪਡੇਟ ਹੋਏ। ਤੁਸੀਂ ਕੇਰਲਾ ਦੀ ਗੱਲ ਕਰਨ ਲੱਗੇ ਸੀ? ਹਾਂਜੀ, ਕੇਰਲਾ ਦਾ ਮੈਂ ਦੱਸਦਾ ਜੀ, 46 ਲੱਖ ਇੱਕ 에ਅਰਪੋਰਟ ਹੈ, ਉਹ 46 ਲੱਖ ਅੰਤਰਰਾਸ਼ਟਰੀ ਯਾਤਰੀ ਗਏ ਨੇ ਇਸ ਸਾਲ, ਜਿਹੜਾ ਫਾਈਨੈਂਸ਼ੀਅਲ ਈਅਰ ਹੈ ਪਿਛਲੇ ਸਾਲ। ਦੂਜੇ 에ਅਰਪੋਰਟ 26 ਲੱਖ ਤੇ ਇੱਕ 에ਅਰਪੋਰਟ 25 ਲੱਖ ਤੇ ਚੌਥਾ 에ਅਰਪੋਰਟ ਜਿਹੜਾ ਸੀ ਉੱਥੇ 8 ਲੱਖ। ਸੋ 1 ਕਰੋੜ ਜਿਹੜਾ ਅੰਤਰਰਾਸ਼ਟਰੀ ਯਾਤਰੀ ਹੈ ਤੇ ਡੋਮੈਸਟਿਕ ਜਿਹੜੇ ਯਾਤਰੀ ਨੇ ਘਟ ਗਏ ਨੇ ਕਿਉਂਕਿ ਕੇਰਲਾ ਦੀ ਸਰਕਾਰ ਜਿਹੜੀ ਹੈ ਉਹਨਾਂ ਕੋਲ ਹਵਾਈ ਸਮਝੌਤੇ ਨੇ ਇਹਨਾਂ ਸਾਰੀਆਂ ਮੁਲਕਾਂ ਦੀਆਂ 에ਅਰਲਾਈਨਸ, ਜਿੰਨੇ ਮਿਡਲ ਈਸਟਰਨ ਦੀ 에ਅਰਲਾਈਨਸ ਨੇ ਜਿਹਨੂੰ ਲੋਕੀ ਬਹੁਤ ਪ੍ਰੈਫਰ ਕਰਦੇ ਨੇ, 1 ਸਟਾਪ ਕਰਕੇ ਆ ਜਾਂਦੇ ਨੇ, ਉਹਨਾਂ ਸਾਰੇ ਮੁਲਕਾਂ ਨੂੰ ਫਲਾਈਟਸ ਜਾਂਦੀਆਂ ਨੇ
पर पंजाब अमृतसर सिर्फ 8 लाख अंतरराष्ट्रीय यात्री आया पिछले साल, बहुत मुश्किल नाल ट्रैफिक वधी आ। चंडीगढ़ कोई अलाउ नहीं हो रहा। वो हवाई समझौते कित्थों आने ने, किहड़ी एविएशन पॉलिसी आ, किहड़ा विजन लैके तीजा एयरपोर्ट शुरू किया गया। कोई एयरपोर्ट, अमृतसर दी एयरपोर्ट की कैपेसिटी है जी 45 लाख यात्री साल दे, उत्थे हाले सिर्फ 24 लाख आंदे ने। मोहाली दी बहुत वड्डी कैपेसिटी है, दोवें एयरपोर्ट सैचुरेट नहीं होए। किहड़ी ट्रैफिक, किहड़ा एनालिसिस किया गया वा सानू नहीं पता, पर हर एयरपोर्ट, शहर च एयरपोर्ट होना, उहदी बाद च फ्लाइट्स इधर जाके वायबल नहीं ने हो सकता है। कल वो गिल साहब कह के गए सी, हो सकता है वो लुधियाने और दिल्ली फ्लाइट ला देन, फिर दिल्ली और टोरंटो कनैक्शन मिल जाए। सो ये चीज़ हैगी है। बट ये सिचुएशन सानू तुहानू जिहड़ी ग्राउंड रियलिटी सी दस रहे हैं, कित्थे असीं स्ट्रगल कर रहे हैं। कुछ एयरलाइनस बाहर दी आनियां चाहदियां ने, पर वो कहंदे नहीं, सॉरी साडे कोल एयर एग्रीमेंट्स नहीं ने। ते ये एयर एग्रीमेंट्स कित्थों आने ने? जेकर अज हलवारे तो कार्गो की पोटेंशियल नजर आ रही है, मैनू जां सानू ये समझ नहीं आ रही कि इस वक्त अमृतसर और दुबई दियां 3 फ्लाइट्स चल रही ने, सिर्फ कुछ टन कार्गो गया वा अमृतसरों, बस खाली जाता, कोई कार्गो नहीं जाता बहुते एयरलाइनस से जिहड़ियां इंटरनेशनल ने। क्यों वो 2 घंटे विच लुधियाने अमृतसरों क्यों नहीं जा सकता? ये रीजन मैनू कोई पता नहीं है, जां वो दस सकते ने। किहड़ा कार्गो है इस वक्त? अमृतसर एक कार्गो टर्मिनल बनाया गया वा सैपरेट, वेयर देयर इज एवरीथिंग अवेलेबल, पेरिशेबल तो लैके फ्रीजर, एवरीथिंग इज देयर। ते मैं ये भी दसदा कि काबुल तो शुरू होया सी कार्गो, जिहड़ा स्पाइस जेट ने शुरू कीता सी अमृतसरों, पर वो भी हुण इस वक्त दिल्लीओं है। ते वो जिहड़े कॉरीडोर की गल्लां कर रहे ने, कोई एग्रीकल्चर पॉलिसी असीं नहीं देखी हाले तक। दूजी गल, ये फीडबैक आया सी सिंध साहब कि पेरिशेबल कार्गो जिद्दां सब्जियां हो गईयां, होर चीज़ां हो गईयां, जांदियां सी 2009 विच, पर ये सुनन च आ रहा कि पंजाब के किसान इस वक्त ट्रेन नहीं ने कि वो कैमिकल्स किन्ने पाने, किस तरह सब्जियां, वो कोई इस वक्त प्लान जो सानू है ये दस्सिया गया वा कि नहीं हैगा। अच्छा, एक गल सानू जरूर समझाओ समीप सिंह जी, भी जिहड़ी गल बार बार आ रही है हवाई समझौतियां दी। सो हवाई समझौतियां बिना तो असीं जिन्ने मर्जी हवाई जहाज़ बनाई, अपने हवाई अड्डे बनाई जाइए, जिन्ने मर्जी असीं हवाई जहाज़ों के सुपने लई जाइए, जिन्नी देर तक हवाई समझौते नहीं हुंदे कि हवाई कंपनियां अपने जहाज़ उत्थे उतारन नूं तैयार हो जाण ते भारत दी सरकार उन्हां जहाज़ां नूं इजाज़त देवे, उन्नी देर तक तो फिर फिजिबल ही नहीं गा, भावें जिन्ने मर्जी तुसीं हवाई अड्डे बना लो। ये हवाई जिहड़े समझौते करन नूं उस स्टेट दी सरकार दा भी कोई रोल है, या कि सिर्फ केंद्र दी सरकार अते हवाई कंपनियां दे विचकार ही है? हाँ जी, ये बहुत वधिया सवाल है जी तुहाडा कि पंजाब सरकार नूं जदों कहा जांदा है, वो कहंदी है कि ये फ्लाइटां चलाउण दा साडा काम नहीं है, काम सेंट्रल गवर्नमेंट दा वा, ते हवाई समझौतियां दा काम भी सेंट्रल गवर्नमेंट दा। पर सरकार जिहड़ी स्टेट है, घट्टो घट्ट सेंट्रल गवर्नमेंट को डिमांड कर सकदी है बार बार। केरला दे CM साहब दिल्ली जाके डेरा ला लेंदे ने। साडे किन्ने बयान पंजाब दे आए ने, मैं हाले तक स्ट्रगल कर रहे हैं असीं कि डिमांड करन। यस, सेंट्रल गवर्नमेंट ने देनी हुंदी है परमिशन हवाई समझौतियां च, पर जिहड़ी स्टेट गवर्नमेंट आ वो इसलिए डिमांड भेज सकती है सेंट्रल गवर्नमेंट नूं कि साडे इन्ने NRI बाहर ने। इसे करके केरला के NRIs नूं मिडल ईस्टर्न दे बहुत बाहर ने, ते वो डिमांड कर सकती है। दूजी गल मैं उस तो ऐड ये करांगा, जिहड़ा तुहाडा सवाल सी, ये भी सवाल हो सकता कि स्टेट की सरकार फ्लाइटां शुरू कर सकती है जे किसी कंट्री की एयरलाइनस नूं परमिशन हैगी है, जां वो कोई ऐसे एफर्ट्स कर सकती है। ਉਹਦੇ ਲਈ ਉਹ ਐਫਰਟਸ ਕਰ ਸਕਦੇ ਨੇ ਕਿ ਉਹ ਕਹਿਣ ਕਿ ਅਸੀਂ ਕੁਝ ਇਨਸੈਂਟਿਵ ਦੇਵਾਂਗੇ 에ਅਰਲਾਈਨਸ ਨੂੰ। ਹੁਣ ਇਸ ਵਕਤ ਅੰਮ੍ਰਿਤਸਰ ਨੂੰ ਜਿਹੜੇ ਰਸ਼ੀਆ ਦੇ ਕੈਰੀਅਰਸ ਨੇ ਉਹ ਅਲਾਉਡ ਨੇ ਅੰਮ੍ਰਿਤਸਰ ਆਉਣੇ, ਜਿਹੜੇ ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਉਹਦੀਆਂ 에ਅਰਲਾਈਨ ਅੰਮ੍ਰਿਤਸਰ ਆਉਣੀਆਂ ਅਲਾਉਡ ਨੇ, ਤੇ ਉਹ ਫਲਾਈਟਾਂ ਚੱਲ ਰਹੀਆਂ ਤੇ ਸਕਸੈਸਫੁਲੀ ਚੱਲ ਰਹੀਆਂ। ਪਰ ਯੂਰਪ ਦੀ ਕੋਈ ਵੀ 에ਅਰਲਾਈਨ, ਯੂਰਪ ਦੀ, ਮੈਂ ਪੰਜਾਬੀਆਂ ਨੂੰ ਦੱਸਦਾ, ਯੂਰਪ ਦੀ ਕੋਈ ਵੀ 에ਅਰਲਾਈਨ ਅਦਰ ਦੈਨ UK ਉਹ ਅੰਮ੍ਰਿਤਸਰ 에ਅਰਪੋਰਟ ਲੈਂਡ ਨਹੀਂ ਕਰ ਸਕਦੀ ਹਵਾਈ ਸਮਝੌਤਿਆਂ ਵਿੱਚ। ਸੋ ਮੈਂ ਆਪਣੇ NRI ਵੀਰਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਆਓ ਅਸੀਂ ਇਹ ਸੁਪਨੇ ਨਾ ਦੇਖੀਏ ਕਿ ਅਸੀਂ ਹਰ ਸ਼ਹਿਰ 'ਚ ਆਪਾਂ ਐਡ ਕਰ ਜਾਈਏ, ਸਾਡੀ ਜੋ ਫਲਾਈਟ ਬਣਾ ਦਿਓ, ਸਾਨੂੰ ਜ਼ਮੀਨਾਂ ਜਾਂ ਕਿੱਦਾਂ ਵੀ ਜੋ ਵੀ ਹੈਗਾ ਉਹਨਾਂ ਦਾ ਜਿਹੜਾ ਚਾਹ ਵਾ, ਅਸੀਂ ਜੇ ਸਾਡੀ ਕੋਈ ਪੋਲੀਟੀਕਲ ਇਨਫਲੂਐਂਸ ਹੈਗੀ ਆ, ਅਸੀਂ ਉਹਨਾਂ ਨੂੰ ਬੇਨਤੀ ਕਰੀਏ ਕਿ ਤੁਸੀਂ ਅੰਮ੍ਰਿਤਸਰ ਨੂੰ, ਚੰਡੀਗੜ੍ਹ ਨੂੰ ਹੋਰ ਹਵਾਈ ਸਮਝੌਤੇ ਦਿਓ, ਤੇ ਉਹਦੇ ਵਿੱਚ ਤੁਸੀਂ ਇਹ ਜਿਹੜੇ ਵਿਦੇਸ਼ੀ 에ਅਰਲਾਈਨ ਨੇ, ਜੇ ਤੁਹਾਡੀਆਂ ਭਾਰਤੀ ਹਵਾਈ ਕੰਪਨੀਆਂ ਨਹੀਂ ਚਲਾ ਸਕਦੀਆਂ, ਨਹੀਂ ਵਿਜ਼ਿਬਿਲਿਟੀ, ਵਾਇਬਿਲਿਟੀ ਦੇਖਦੀਆਂ, ਤੇ ਕਿਰਪਾ ਕਰਕੇ ਉਹਨਾਂ ਨੂੰ ਹਵਾਈ ਸਮਝੌਤੇ ਦੇ ਕੇ
ਇੱਕ ਫਲਾਈਟ ਦਾ ਦੇ ਦੇਣ ਜੀ, 2 ਦਾ ਦੇ ਦੇਣ ਤੇ ਸਹੀ। ਅੱਛਾ, ਹਵਾਈ ਸਮਝੌਤੇ ਸਿਰਫ ਪੈਸੇਂਜਰ ਜਹਾਜ਼ਾਂ ਲਈ ਹੀ ਜ਼ਰੂਰੀ ਨੇ? ਜੇ ਸਮਾਨ ਭੇਜਣਾ ਹੋਵੇ, ਕੀ ਕਾਰਗੋ ਜਹਾਜ਼ ਬਿਨਾਂ ਹਵਾਈ ਸਮਝੌਤਿਆਂ ਤੋਂ ਜਾ ਸਕਦੇ ਨੇ? ਉਹਦੇ ਲਈ ਵੀ ਇਹਨਾਂ ਨੂੰ ਜਿਹੜੇ ਹਵਾਈ ਸਮਝੌਤੇ ਨੇ ਜਾਂ ਕਿਸ ਤਰ੍ਹਾਂ ਕੁਝ ਲੈਵਲ ਤੱਕ ਚਾਹੀਦੇ ਹੋਣਗੇ, ਪਰ ਇਹ ਤੁਹਾਡਾ ਸਵਾਲ ਬੜਾ, ਮੈਂ ਫੋਲੋ ਅਪ ਕਰਾਂਗਾ ਕਿ ਉਹਦੇ ਲਈ ਸਮਝੌਤੇ, ਪਰ ਜਿਸ ਤੱਕ ਉਹਨਾਂ ਨੇ ਲਿਖਿਆ ਹੁੰਦਾ ਉੱਤੇ ਕਮਰਸ਼ੀਅਲ ਤੇ ਕਾਰਗੋ ਕਿਸ ਤਰ੍ਹਾਂ ਵਾ ਉਹਦਾ ਉਹਨਾਂ ਨੇ ਸਮਝੌਤਾ ਕੀਤਾ ਹੁੰਦਾ ਹੈ, ਪਰ ਉਹਦੇ ਵਿੱਚ ਕਿੰਨੀ ਫਲੈਕਸੀਬਿਲਿਟੀ ਹੈ ਉਸ ਬਾਰੇ ਮੈਨੂੰ ਇਹ ਜਾਣਕਾਰੀ ਪੂਰੀ ਨਹੀਂ ਹੈਗੀ। ਅਖੀਰ ਦੇ ਵਿੱਚ ਲੇਟੈਸਟ ਦੱਸੋ ਤੁਸੀਂ। ਹੁਣ ਬਹੁਤ ਉਦੋਂ ਹੁਣ ਕਸ਼ਟ ਹੋਇਆ ਲੋਕਾਂ ਨੂੰ ਜਿਹੜੇ ਉੱਥੇ ਸਟ੍ਰੈਂਡਡ ਸਾਡੇ NRIs ਚਲੇ ਗਏ ਸੀ, ਕੈਨੇਡਾ ਦੇ ਵੀ ਹਾਲੇ ਵੀ ਬੈਠੇ ਆ, ਉਹਨਾਂ ਨੂੰ ਉੱਥੇ ਹਵਾਈ ਜਹਾਜ਼ ਨਹੀਂ ਸੀ ਮਿਲ ਰਹੇ ਇੱਧਰ ਨੂੰ ਆਉਣ ਨੂੰ। ਅੰਮ੍ਰਿਤਸਰ ਤੋਂ ਹੁਣ ਇਸ ਵੇਲੇ ਸਥਿਤੀ ਕੀ ਆ? ਕਿਹੜੀਆਂ ਕਿਹੜੀਆਂ ਹਵਾਈ ਕੰਪਨੀਆਂ ਨਾਲ ਸਮਝੌਤਾ ਹੈ ਜਿਹੜੀਆਂ ਉੱਥੋਂ ਆ ਜਾ ਰਹੀਆਂ ਨੇ? ਹਾਂਜੀ, ਜਿਹੜੀਆਂ ਸਪੈਸ਼ਲ ਫਲਾਈਟਾਂ ਨੇ ਇਹਨਾਂ ਦੀ ਹਵਾਈ ਸਮਝੌਤੇ ਦੀ ਕੋਈ ਖਾਸ ਜ਼ਰੂਰਤ ਨਹੀਂ ਹੈ, ਤੇ ਪਰ ਮੈਂ ਦੱਸਦਾ ਕਿ ਗੁਰੂ ਰਾਮਦਾਸ ਦਾ ਦਰ ਜਿਹੜਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ ਲੰਗਰ ਲਈ ਜਾਂ ਕਿਸੇ ਲਈ ਵੀ, ਉਹ ਪੂਰਾ ਅਪ੍ਰੈਲ ਤੇ ਮਈ ਦੇ ਮਹੀਨੇ ਖੁੱਲ੍ਹਾ ਰਿਹਾ ਫਲਾਈਟਸ ਲਈ। ਤੇ ਜਿਹੜੇ ਪੰਜਾਬੀ ਜਿੱਦਾਂ ਆਪਣੇ ਰਹਿੰਦੇ ਸੀ ਇੱਧਰ ਮਾਲਵੇ ਵਾਲੇ ਪਾਸੇ, ਸਾਰੇ ਜਿਹੜੇ ਜਿਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਸੇਮ ਡਿਸਟੈਂਸ ਪੈਂਦਾ ਵਾ, ਉਹ ਅੰਮ੍ਰਿਤਸਰ ਆਏ, ਬਹੁਤ ਖੁਸ਼ ਨੇ, ਤੇ ਉਹਨਾਂ ਨੇ ਦੇਖਿਆ ਕਿ ਐਡਾ ਵਧੀਆ ਸਾਡਾ ਟਰਮੀਨਲ ਬਣਿਆ ਹੈ, ਤੇ ਹੁਣ ਉਹਨਾਂ ਨੂੰ ਕੁਝ ਆਈਡੀਆ ਹੋ ਰਿਹਾ ਹੈ। ਤੇ ਮੈਂ ਇਹੋ ਬੇਨਤੀ ਫਿਰ ਕਰਾਂਗਾ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਲੁਧਿਆਣਾ ਮਿਡਲ ਚ, ਇਹ ਵੀ ਮਿਡਲ, ਜਲੰਧਰ ਮਿਡਲ ਚ, ਕਿਸ ਤਰ੍ਹਾਂ ਨਹੀਂ, ਪੰਜਾਬ ਇੱਕ ਤਰ੍ਹਾਂ ਦਾ ਟਰਾਇੰਗਲ ਹੈਗਾ। ਅੰਮ੍ਰਿਤਸਰੋਂ ਵੀ 3 ਘੰਟੇ 'ਚ ਤੁਸੀਂ 4 ਘੰਟੇ 'ਚ ਹਰ ਥਾਂ ਪਹੁੰਚ ਸਕਦੇ ਜੇ ਹੁਣ, ਜਾਂ ਚੰਡੀਗੜ੍ਹੋਂ ਵੀ ਪਹੁੰਚ ਸਕਦੇ ਜੇ। ਤੇ ਮੈਂ ਇੱਥੇ ਦੱਸਦਾ ਕਿ ਦਿੱਲੀ ਅੰਮ੍ਰਿਤਸਰ ਕਟਰਾ, ਦਿੱਲੀ ਤੋਂ ਅੰਮ੍ਰਿਤਸਰ ਇੱਕ ਐਕਸਪ੍ਰੈਸਵੇ ਬਣਨਾ ਵਾ, ਐਕਸਪ੍ਰੈਸਵੇ ਹਾਈਵੇ ਨਹੀਂ, ਉਹਦੇ 'ਚ ਤੁਸੀਂ ਦਿੱਲੀ ਅੰਮ੍ਰਿਤਸਰ ਦੀ ਦੂਰੀ ਜਿਹੜੀ ਕਹਿ ਰਹੇ ਨੇ ਉਹ 4 ਘੰਟੇ ਹੋ ਜਾਏਗੀ। ਲੁਧਿਆਣਿਓਂ ਜਿਹੜੀ ਦੂਰੀ ਹੈ ਸਿਰਫ 2 ਘੰਟੇ ਹੋਏਗੀ, ਜਾਂ 1.5 ਘੰਟਾ ਅੰਮ੍ਰਿਤਸਰ ਹੋ ਜਾਏਗੀ ਬਸ। ਸੋ ਇਹ ਸਾਡੇ ਪੰਜਾਬੀ ਅੰਦਾਜ਼ਾ ਲਗਾ ਲੈਣ ਹੁਣ ਕਿ ਕਿਸ ਤਰ੍ਹਾਂ ਕਿੱਥੋਂ ਏਅਰਪੋਰਟ ਨਵੇਂ ਚੱਲ ਸਕਦੇ ਨੇ। ਇਹ ਉਹਨਾਂ ਦਾ ਹੋਏਗਾ, ਕਿਹੜਾ ਵਿਜ਼ਨ ਹੈ ਸਾਨੂੰ ਪਤਾ ਨਹੀਂ ਲੱਗ ਰਿਹਾ। ਮੈਂ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਦੱਸਣ ਕਿ ਕਿਹੜੀਆਂ ਫਲਾਈਟਸ ਹੋਣਗੀਆਂ, ਬਟ ਅੰਮ੍ਰਿਤਸਰ ਦੀ ਇੰਪੋਰਟੈਂਸ ਇਸ ਵਕਤ ਸਾਰੇ ਜਗ ਜ਼ਾਹਿਰ ਹੋ ਗਈ ਹੈ। ਨਹੀਂ, ਉਹ ਤਾਂ ਅਸੀਂ ਗੱਲ ਮੰਨ ਗਏ, ਪਰ ਜਹਾਜ਼ ਕਿਹੜੇ ਆ ਜਿਹੜੇ ਚੱਲ ਰਹੇ ਆ ਅੰਮ੍ਰਿਤਸਰ ਤੋਂ? ਇੱਕ ਤਾਂ ਤੁਸੀਂ ਦੱਸਿਆ ਸੀ ਵੀ UK ਨੂੰ ਜਾ ਸਕਦੇ ਆ, ਯੂਰਪ ਨੂੰ, ਹੋਰ ਕਿਤੇ ਜਾ ਹੀ ਨਹੀਂ ਸਕਦੇ, ਰਾਈਟ? UK ਤੋਂ ਫਲਾਈਟ ਹਰ ਰੋਜ਼ ਚੱਲਦੀ ਹੈ ਜਾਂ ਹਰ ਹਫ਼ਤੇ ਚੱਲਦੀ ਹੈ? ਹਾਂਜੀ, ਅੰਮ੍ਰਿਤਸਰ ਤੋਂ ਇਸ ਵਕਤ 3 ਦਿਨ ਹਫ਼ਤੇ 'ਚ ਬਰਮਿੰਗਮ ਦੀ ਫਲਾਈਟ ਜਾਂਦੀ ਹੈ, 3 ਦਿਨ ਲੰਡਨ ਦੇ ਸਟੈਨਸਟਡ ਏਅਰਪੋਰਟ ਜਾਂਦੀ ਹੈ ਏਅਰ ਇੰਡੀਆ ਦੀ। 2 ਫਲਾਈਟਸ ਨੇ ਜਿਹੜੀਆਂ ਮਲੇਸ਼ੀਆ ਜਾਂਦੀਆਂ ਨੇ ਅੰਮ੍ਰਿਤਸਰ ਤੋਂ, ਤੇ 1 ਫਲਾਈਟ ਜਾਂਦੀ ਹੈ ਸਿੰਗਾਪੁਰ, ਤੇ 3 ਫਲਾਈਟਸ ਨੇ ਡੇਲੀ ਜਿਹੜੀਆਂ ਦੁਬਈ ਜਾਂਦੀਆਂ ਨੇ, 2 ਦੁਬਈ ਤੇ 1 ਸ਼ਾਰਜਾ, ਉਹ ਜਾਂਦੀਆਂ ਨੇ, ਤੇ 1 ਫਲਾਈਟ ਦੋਹਾ ਦੀ ਹੈ। ਸੋ ਇਹ ਜਿਹੜੀਆਂ ਫਲਾਈਟਸ ਨੇ ਅੰਮ੍ਰਿਤਸਰੋਂ 9 ਡੈਸਟੀਨੇਸ਼ਨ ਤੇ ਚੱਲ ਰਹੀਆਂ ਨੇ ਅੰਮ੍ਰਿਤਸਰ ਤੋਂ। ਤੇ ਹਵਾਈ ਸਮਝੌਤਿਆਂ ਵਿੱਚ ਤੇ ਉਹਨਾਂ ਦੀਆਂ ਰਸ਼ੀਅਨ ਕੈਰੀਅਰਸ ਨੇ, ਇੱਕ ਤੁਰਕਮੇਨਿਸਤਾਨ ਤੇ ਇੱਕ ਉਜ਼ਬੇਕਿਸਤਾਨ ਏਅਰਵੇਜ਼, ਉਹ ਰਸ਼ੀਆ ਦੇ ਨੇ ਨਹੀਂ, ਉਹ ਵੱਖਰੀ ਕੰਟਰੀ ਹੈ ਹੁਣ, ਤੇ ਉਹਨਾਂ ਦੀ ਫਲਾਈਟਸ ਚੱਲ ਰਹੀਆਂ ਨੇ। ਤੇ ਜਿੰਨੇ ਮੁਲਕਾਂ ਨਾਲ ਸਮਝੌਤੇ ਨੇ ਉਹਨਾਂ ਨੇ ਸਾਰਿਆਂ ਨੇ ਫਲਾਈਟਾਂ ਚਾਲੂ ਕਰ ਦਿੱਤੀਆਂ ਐਕਸੈਪਟ ਰਸ਼ੀਆ, ਜਿਹਦੀ ਕਿ ਐਰੋਫਲੋਟ ਏਅਰਲਾਈਨ ਹੈਗੀ ਆ। ਸੋ ਇਹ ਜਿਹੜੀਆਂ ਏਅਰਲਾਈਨਸ ਨੇ ਅੰਮ੍ਰਿਤਸਰ ਤੋਂ ਜਾ ਰਹੀਆਂ ਨੇ, ਤੇ ਹੁਣ ਸਿਰਫ UK ਦੀ ਏਅਰਲਾਈਨ ਜਾ ਸਕਦੀ ਹੈ। ਤੇ ਲਾਸਟ ਵਿੱਚ ਮੈਂ ਐਡ ਕਰਾਂਗਾ ਕਿ ਅੰਮ੍ਰਿਤਸਰ ਕੈਨੇਡੀਅਨ ਦੇ ਕੈਰੀਅਰਸ ਹਵਾਈ ਸਮਝੌਤਿਆਂ ਵਿੱਚ ਜਾ ਸਕਦੇ ਨੇ ਜੀ। ਇਹ ਕੈਨੇਡਾ ਲਈ ਫਿਰ ਇੱਕ ਜਾਣਕਾਰੀ ਅੱਗੇ ਵੀ ਸਾਂਝੀ ਕੀਤੀ ਸੀ ਤੁਸੀਂ ਵੀ। ਕੈਨੇਡਾ ਦੇ ਜਿਹੜੇ ਕੈਰੀਅਰਸ ਨੇ ਉਹ ਭਾਰਤ ਸਰਕਾਰ ਨੇ ਹਵਾਈ ਸਮਝੌਤਿਆਂ 'ਚ ਲਿਖਿਆ ਹੋਇਆ ਹੈ ਕਿ ਏਅਰ ਕੈਨੇਡਾ, ਵੈਸਟ ਜੈਟ, ਜੇ ਕੋਈ ਵੀ ਇਹਨਾਂ ਦੀ ਏਅਰਲਾਈਨ ਜਾਣੀ ਚਾਹਵੇ ਤੇ ਉਹ ਅੰਮ੍ਰਿਤਸਰ ਜਾ ਸਕਦੀ ਹੈ। ਇਹ ਅਸੀਂ RTI 'ਚ ਇਨਫੋਰਮੇਸ਼ਨ ਪਾਈ ਸੀ ਭਾਰਤ ਸਰਕਾਰ ਕੋਲੋਂ, ਤੇ ਉੱਥੋਂ ਇਨਫੋਰਮੇਸ਼ਨ ਆਈ ਸੀ ਕਿ ਦੇ ਆਰ ਫ੍ਰੀ ਟੂ ਸਟਾਰਟ ਫਲਾਈਟਸ ਟੂ ਅੰਮ੍ਰਿਤਸਰ ਇਫ ਦੇ ਵਾਂਟ ਟੂ। ਕਿਉਂ ਨਹੀਂ ਜਾ ਰਹੇ ਫਿਰ ਇਹ? ਉਹਦੇ ਲਈ ਜੀ ਓਬਵੀਅਸਲੀ ਮੈਂ ਬ੍ਰਿਟਿਸ਼ ਏਅਰਵੇਜ਼ ਦਾ ਤੁਹਾਨੂੰ ਦੱਸ ਦਿੰਦਾ, ਮੈਨੂੰ ਜਵਾਬ ਆਇਆ ਸੀ 2017 ਵਿੱਚ, ਉਹਨਾਂ ਨੇ ਐਪਰੀਸ਼ੀਏਟ ਕੀਤਾ, ਪਰ ਉਹਨਾਂ ਨੇ ਦੱਸਿਆ, ਉਹਨਾਂ ਨੇ ਕਿਹਾ ਕਿ ਸਾਡਾ ਡੇਟਾ ਇਹ ਕਹਿੰਦਾ ਵਾ ਕਿ ਪੰਜਾਬ ਤੋਂ ਸਾਨੂੰ ਇੰਨਾ ਕਾਰਗੋ ਜਾਂ ਪੰਜਾਬ ਤੋਂ ਸਾਨੂੰ ਇੰਨੀ ਬਿਜ਼ਨਸ ਕਲਾਸ, ਜਿਹੜੇ ਪ੍ਰੀਮੀਅਮ ਕਲਾਸ ਟਿਕਟਾਂ ਹੁੰਦੀਆਂ ਨੇ, ਉਹ ਸਾਨੂੰ ਡੇਟਾ ਕਹਿੰਦਾ ਵਾ ਕਿ ਨਹੀਂ ਮਿਲ ਸਕਦੀਆਂ। ਕੀ ਤੁਹਾਡੇ ਕੋਲ ਡੇਟਾ ਹੈਗਾ ਵਾ? ਸੋ ਬੇਸਿਕਲੀ ਇਹ ਉਹਨਾਂ ਦਾ ਜਵਾਬ ਆਇਆ ਸੀ ਏਅਰ ਕੈਨੇਡਾ ਨਾਲ। ਉਹ ਕਹਿੰਦੇ ਨੇ ਕਿ ਸਾਨੂੰ ਪਤਾ ਹੈ ਪੰਜਾਬ ਦੀ ਟ੍ਰੈਫਿਕ ਬਹੁਤ ਹੈ, ਬਟ ਜਿਹੜੇ ਵੱਡੇ ਕੈਰੀਅਰ ਹੁੰਦੇ ਨੇ ਉਹ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਿਹੜੇ ਮੁਲਕ ਦੇ ਵੱਡੀਆਂ ਏਅਰਪੋਰਟ ਹੁੰਦੇ ਨੇ ਪਹਿਲਾਂ ਉੱਥੇ ਜਾਣ, ਕਿਉਂਕਿ ਉਹਨਾਂ ਨੇ ਆਲ ਓਵਰ ਕੰਟਰੀਜ਼ ਤੋਂ ਉੱਥੋਂ ਟ੍ਰੈਫਿਕ ਆਉਂਦੀ ਹੈ। ਫਿਰ ਉਹਨਾਂ ਨੇ ਕਿਹਾ ਸੀ ਕਿ ਉਸ ਤੋਂ ਬਾਅਦ ਅਸੀਂ ਹੋਰ ਐਕਸਪੈਂਡ ਕਰਾਂਗੇ ਤੇ ਕੰਸੀਡਰ ਕਰਾਂਗੇ। ਸੋ ਇਹ ਸਾਡੇ ਲਈ ਮੌਕਾ ਹੈ ਹੁਣ ਕੈਨੇਡਾ ਲਈ ਵੀ ਕਿ ਆਓ ਅਸੀਂ ਏਅਰ ਕੈਨੇਡਾ ਨੂੰ ਇਹ ਦਿਖਾਈਏ ਕਿ ਕਿੰਨੀਆਂ ਸਵਾਰੀਆਂ ਪੰਜਾਬ ਤੋਂ ਆਈਆਂ ਨੇ, ਕਿੰਨੇ ਲੋਕ ਫਸੇ ਹੋਏ ਸਨ। ਇਹ ਡੇਟਾ ਸਾਰਾ ਜਗ ਜ਼ਾਹਿਰ ਹੋ ਗਿਆ। ਸੋ ਇਹ ਹੁਣ ਸਾਡੇ ਕੋਲ ਇੱਕ ਰੀਜ਼ਨ ਹੈਗਾ ਕਿ ਅਸੀਂ ਉਹਨਾਂ ਨੂੰ ਸ਼ੋਅ ਕਰੀਏ ਕਿ ਸਾਡੇ ਕੋਲ ਕਾਰਗੋ ਪੋਟੈਂਸ਼ੀਅਲ ਵੀ ਹੈਗੀ ਹੈ। ਆਓ ਅਸੀਂ
ਰਲ ਮਿਲ ਕੇ ਇਹਨੂੰ ਅੱਗੇ ਲੈ ਕੇ ਚੱਲੀਏ। ਸਮੀਪ ਸਿੰਘ ਗਮਟਾਲਾ ਜੀ, ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ। ਧੰਨਵਾਦ ਜੀ, ਬਹੁਤ ਬਹੁਤ। Red FM